ਹੈਲੋ ਸਟੂਡੈਂਟਸ। ਅੱਜ ਆਪਾਂ ਪੰਜਾਬ ਅਚੀਵਮੈਂਟ ਸਰਵੇ ਦੀ ਤਿਆਰੀ ਅਤੇ ਉਸ ਦੇ ਪ੍ਰਸ਼ਨ ਪੱਤਰ ਦੀ ਰੂਪਰੇਖਾ ਬਾਰੇ ਚਰਚਾ ਕਰਾਂਗੇ। ਪਿਆਰੇ ਵਿਦਿਆਰਥੀਓ, ਇਹ ਜਿਹੜਾ ਪੰਜਾਬ ਅਚੀਵਮੈਂਟ ਸਰਵੇ ਹੋਣ ਜਾ ਰਿਹਾ ਹੈ, ਇਹ ਤੁਹਾਡੇ ਬਾਕੀ ਦੂਸਰੇ ਟੈਸਟਾਂ ਵਾਂਗ ਹੀ ਹੈ, ਲੇਕਿਨ ਇਸ ਦੇ ਜਿਹੜੇ ਪ੍ਰਸ਼ਨ ਹੈ ਉਹ ਉਹਨਾਂ ਦੀ ਬਣਤਰ ਥੋੜ੍ਹੀ ਜਿਹੀ ਅਲੱਗ ਹੈ ਔਰ ਸਿਲੇਬਸ ਜਿਹੜਾ ਹੈ ਉਹ ਬਿਲਕੁਲ ਉਹੀ ਹੈ ਜੋ ਤੁਸੀਂ ਹੁਣ ਤੱਕ ਆਪਣਾ ਮੰਥਲੀ ਸਿਲੇਬਸ ਪੜ੍ਹਦੇ ਆ ਰਹੇ ਹੈ। ਜੋ ਤੁਸੀਂ ਹੁਣ ਤੱਕ ਅਪ੍ਰੈਲ, ਮਈ, ਜੂਨ ਔਰ ਜੁਲਾਈ, ਅਗਸਤ ਦੇ ਮਹੀਨਿਆਂ ਦੇ ਵਿੱਚ ਕੀਤਾ ਹੈ, ਉਹ ਹੀ ਸਿਲੇਬਸ ਤੁਹਾਡਾ ਇਸ ਦੇ ਵਿੱਚ ਆਏਗਾ। ਪਿਆਰੇ ਵਿਦਿਆਰਥੀਓ, ਇਸ ਪੰਜਾਬ ਅਚੀਵਮੈਂਟ ਸਰਵੇ, ਜਿਸ ਨੂੰ ਆਪਾਂ ਪੈਸ ਦੇ ਨਾਂ ਦੇ ਨਾਲ ਵੀ ਜਾਣਦੇ ਹਾਂ, ਇਸ ਦੇ ਪ੍ਰਸ਼ਨਾਂ ਦੀ ਰੂਪਰੇਖਾ ਥੋੜ੍ਹੀ ਜਿਹੀ ਸਾਡੇ ਜੋ ਅਸੀਂ ਰੂਟੀਨ ਦੇ ਵਿੱਚ ਟੈਸਟ ਦਿੰਦੇ ਹਾਂ ਉਸ ਨਾਲੋਂ ਥੋੜ੍ਹੀ ਜਿਹੀ ਅਲੱਗ ਹੈ। ਉਸ ਦਾ ਕਾਰਨ ਇਹ ਹੈ ਕਿ ਇਸ ਵਿੱਚ ਆਪਾਂ ਦਾ ਜੋ ਪੂਰੇ ਦਾ ਪੂਰਾ ਗਿਆਨ ਹੈ, ਜੋ ਅਸੀਂ ਆਪਣੀ ਪੜ੍ਹਾਈ ਕੀਤੀ ਹੈ, ਉਸ ਦੀ ਆਪਾਂ ਉਸ ਨੂੰ ਕਿਸ ਲੈਵਲ ਤੱਕ ਪੜ੍ਹਿਆ ਹੈ, ਕਿੰਨੀ ਅੰਡਰਸਟੈਂਡਿੰਗ ਨਾਲ ਪੜ੍ਹਿਆ ਹੈ ਔਰ ਕੀ ਅਸੀਂ ਉਸ ਪੜ੍ਹੀ ਹੋਈ ਚੀਜ਼ ਨੂੰ ਸਮਝ ਕੇ ਆਪਣੀ ਲਾਈਫ ਦੇ ਵਿੱਚ ਇਸ ਨੂੰ ਅਪਲਾਈ ਕਰ ਸਕਦੇ ਹਾਂ। ਇਹਨਾਂ ਗੱਲਾਂ ਨੂੰ ਚੈੱਕ ਕਰਨ ਦੇ ਲਈ ਹੀ ਸਪੈਸ਼ਲ ਤੌਰ 'ਤੇ ਤੁਹਾਡੇ ਪਾਠ ਵਿੱਚੋਂ ਹੀ ਕੁਛ ਕੁ ਪ੍ਰਸ਼ਨ ਬਣਾਏ ਗਏ ਹਨ। ਉਹਨਾਂ ਪ੍ਰਸ਼ਨਾਂ ਦੇ ਤੁਸੀਂ ਉੱਤਰ ਦੇਣੇ ਹਨ ਅਤੇ ਜੇਕਰ ਤੁਸੀਂ ਆਪਣੇ ਪਾਠ ਨੂੰ ਚੰਗੇ ਢੰਗ ਦੇ ਨਾਲ ਪੜ੍ਹਿਆ ਹੈ, ਉਸ ਨੂੰ ਪੂਰੀ ਬਰੀਕੀ ਦੇ ਨਾਲ ਉਸ ਦੀ ਜਾਣਕਾਰੀ ਲਈ ਹੈ, ਤਾਂ ਇਹ ਜਿਹੜਾ ਟੈਸਟ ਹੈ ਬਿਲਕੁਲ ਆਸਾਨ ਹੈ। ਬਿਲਕੁਲ ਆਬਜੈਕਟਿਵ ਟਾਈਪ ਕੁਐਸਚਨ ਜਿਹੜੇ ਹੈ, ਮਲਟੀਪਲ ਚੋਇਸ ਕੁਐਸਚਨ ਜਿਹੜੇ ਹੈ ਉਹ ਇਸ ਦੇ ਵਿੱਚ ਪੁੱਛੇ ਜਾਣਗੇ ਔਰ ਤੁਸੀਂ ਬੜੀ ਆਸਾਨੀ ਦੇ ਨਾਲ ਇਹਨਾਂ ਦੇ ਉੱਤਰ ਦੇਣੇ ਹਨ। ਸੋ ਪਿਆਰੇ ਵਿਦਿਆਰਥੀਓ, ਆਪਾਂ ਇਸ ਟੈਸਟ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣੇ ਹਨ ਅਤੇ ਇਹਨਾਂ ਦੀ ਤਿਆਰੀ ਕਿਸ ਪ੍ਰਕਾਰ ਕਰਨੀ ਹੈ, ਇਹ ਕਰਨ ਦੇ ਲਈ ਆਪਾਂ ਚਲੋ ਤੁਹਾਡਾ ਇੱਕ ਪਾਠ ਦੀ ਨਾਲੇ ਦੁਹਰਾਈ ਕਰ ਲੈਂਦੇ ਹਾਂ ਅਤੇ ਨਾਲੇ ਹੀ ਇਸ ਪੈਸ ਦੇ ਵਿੱਚ ਜੋ ਪ੍ਰਸ਼ਨ ਪੁੱਛੇ ਜਾਣੇ ਹਨ ਉਹਨਾਂ ਦੀ ਤਿਆਰੀ ਕਰਦੇ ਹਾਂ। ਤਾਂ ਦੋਵੇਂ ਕੰਮ ਜਿਹੜੇ ਸਾਡੇ ਉਹ ਨਾਲ ਨਾਲ ਜਿਹੜੇ ਆ ਉਹ ਹੁੰਦੇ ਰਹਿਣਗੇ। ਸੋ ਪਿਆਰੇ ਵਿਦਿਆਰਥੀਓ, ਸਾਡਾ ਅਧਿਆਇ 1 ਸਾਡੇ ਆਲੇ ਦੁਆਲੇ ਦੇ ਪਦਾਰਥ, ਆਪਾਂ ਇਸ ਦੀ ਦੁਹਰਾਈ ਦੇ ਨਾਲ ਨਾਲ ਪੈਸ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਹੈ ਉਹਨਾਂ ਦੀ ਤਿਆਰੀ ਕਰਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਇਹ ਲੈਸਨ ਤੁਸੀਂ ਪਹਿਲਾਂ ਹੀ ਅਪ੍ਰੈਲ ਮਹੀਨੇ ਦੇ ਸਿਲੇਬਸ ਵਿੱਚ ਪੜ੍ਹ ਚੁੱਕੇ ਹੋ ਅਤੇ ਹੁਣ ਆਪਾਂ ਇਸ ਦੀ ਦੁਹਰਾਈ ਦੇ ਨਾਲ ਨਾਲ ਫਿਰ ਵੀ ਕੁਛ ਜੋ ਜ਼ਰੂਰੀ ਧਿਆਨ ਦੇਣ ਯੋਗ ਗੱਲਾਂ ਹੈ ਉਹਨਾਂ ਨੂੰ ਆਪਾਂ ਫਿਰ ਤੋਂ ਦੁਬਾਰਾ ਤੋਂ ਉਹਨਾਂ ਦੀ ਦੁਹਰਾਈ ਕਰਦੇ ਹੋਏ ਪ੍ਰਸ਼ਨਾਂ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਆਲੇ ਦੁਆਲੇ ਦੇ ਪਦਾਰਥ ਪਾਠ ਦੇ ਵਿੱਚ ਅਸੀਂ ਸਾਡੇ ਜਿੰਨੇ ਵੀ ਆਲੇ ਦੁਆਲੇ ਦੇ ਪਦਾਰਥ ਹੈ ਉਹਨਾਂ ਬਾਰੇ ਜਾਣਕਾਰੀ ਲੈਣੀ ਹੈ। ਉਹ ਕਿਸ ਪ੍ਰਕਾਰ ਬਣੇ ਹੋਏ ਹਨ, ਉਹਨਾਂ ਦੀ ਗੁਣ ਕਿਸ ਪ੍ਰਕਾਰ ਦੇ ਹਨ, ਉਹਨਾਂ ਨੂੰ ਕਿਹੜੇ ਕਿਹੜੇ ਭਾਗਾਂ 'ਚ ਵੰਡਿਆ ਜਾ ਸਕਦਾ ਹੈ, ਉਹਨਾਂ ਦੀਆਂ ਜੋ ਗੁਣ ਹਨ ਉਹ ਕਿਹੜੇ ਕਿਹੜੇ ਹਨ, ਇਸ ਬਾਰੇ ਹੀ ਆਪਾਂ ਜਾਣਕਾਰੀ ਲੈਣੀ ਹੈ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਜੋ ਤੁਸੀਂ ਨੋਟ ਕਰਕੇ ਦੇਖਣੀ ਹੈ ਉਹ ਹੈ ਕਿ ਸਾਰੇ ਦੇ ਸਾਰੇ ਪਦਾਰਥ ਬਹੁਤ ਬਹੁਤ ਬਰੀਕ ਬਰੀਕ ਕਣਾਂ ਤੋਂ ਮਿਲ ਕੇ ਬਣੇ ਹੋਏ ਹੁੰਦੇ ਹਨ। ਇਹ ਇਸ ਚੀਜ਼ ਨੂੰ ਸਮਝਣ ਦੇ ਲਈ ਆਪਾਂ ਇੱਕ ਐਗਜ਼ਾਮਪਲ ਲੈ ਸਕਦੇ ਹਾਂ। ਜਿਸ ਪ੍ਰਕਾਰ ਸਾਨੂੰ ਚੌਕ ਦਾ ਟੁਕੜਾ ਇੱਕ ਜਿਹੜਾ ਹੈ ਇੱਕ ਵੱਡੇ ਆਕਾਰ ਦਾ ਚੌਕ ਦੇ ਆਕਾਰ ਵਿੱਚ ਦਿਖਾਈ ਦਿੰਦਾ ਹੈ, ਪਰੰਤੂ ਜਦੋਂ ਆਪਾਂ ਉਸ ਨੂੰ ਬਲੈਕ ਬੋਰਡ ਦੇ ਉੱਪਰ ਲਿਖਦੇ ਹਾਂ ਤਾਂ ਉਹ ਛੋਟੇ ਛੋਟੇ ਦਾਣਿਆਂ ਵਿੱਚ ਟੁੱਟ ਜਾਂਦਾ ਹੈ। ਤਾਂ ਇਸੇ ਪ੍ਰਕਾਰ ਸਾਡੇ ਆਲੇ ਦੁਆਲੇ ਕੋਈ ਵੀ ਪਦਾਰਥ ਜੋ ਹੈ, ਜੇਕਰ ਅਸੀਂ ਉਸ ਨੂੰ ਬ੍ਰੇਕ ਕਰਾਂਗੇ, ਤੋੜਾਂਗੇ, ਤਾਂ ਉਹ ਸੇਮ ਉਸੇ ਪ੍ਰਕਾਰ ਬਹੁਤ ਛੋਟੇ ਛੋਟੇ ਕਣਾਂ ਵਿੱਚ ਟੁੱਟ ਜਾਵੇਗਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਆਲੇ ਦੁਆਲੇ ਦੇ ਸਾਰੇ ਹੀ ਪਦਾਰਥ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਦਿਖਾਈ ਦਿੰਦੇ ਹੋਣ, ਬਹੁਤ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣੇ ਹੋਏ ਹੁੰਦੇ ਹਨ। ਜਿਵੇਂ ਕਿ ਤੁਹਾਡੀ ਕਿਰਿਆ ਨੰਬਰ 1 ਦੇ ਵਿੱਚ ਚੀਨੀ ਦੀ ਉਦਾਹਰਨ ਲੈ ਕੇ ਦਿਖਾਇਆ ਗਿਆ ਹੈ। ਤਾਂ ਇਹ ਜਿਹੜੀ ਚੀਨੀ ਦੀ ਉਦਾਹਰਨ ਕਿਰਿਆ 1.1 ਜੋ ਹੈ, ਇਸ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਆਪਾਂ ਜੇਕਰ ਇੱਕ ਪਾਣੀ ਦੇ ਗਲਾਸ ਦੇ ਵਿੱਚ ਨਮਕ ਜਾਂ ਚੀਨੀ ਨੂੰ ਘੋਲਦੇ ਹਾਂ ਤਾਂ ਉਹ ਉਸ ਦੇ ਵਿੱਚ ਘੁਲ ਜਾਂਦੀ ਹੈ ਅਤੇ ਸਾਨੂੰ ਦਿਖਾਈ ਹੀ ਨਹੀਂ ਦਿੰਦੀ। ਤਾਂ ਇਹ ਚੀਨੀ ਕਿੱਥੇ ਗਈ, ਇਹ ਜਿਹੜਾ ਨਮਕ ਹੈ ਕਿੱਥੇ ਗਿਆ? ਸੋ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਚੀਨੀ ਔਰ ਨਮਕ ਬਹੁਤ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣੇ ਹੋਏ ਸਨ।
ਤੇ ਜਦੋਂ ਉਸ ਨੂੰ ਪਾਣੀ ਵਿੱਚ ਘੋਲਿਆ ਤੇ ਉਹ ਛੋਟੇ ਛੋਟੇ ਕਣ ਪਾਣੀ ਦੇ ਵਿੱਚ ਹੀ ਖਾਲੀ ਥਾਵਾਂ ਦੇ ਵਿੱਚ ਉਹਨਾਂ ਨੇ ਆਪਣੀ ਥਾਂ ਬਣਾ ਲਈ ਅਤੇ ਅਲੋਪ ਹੋ ਗਿਆ, ਸਾਨੂੰ ਉਹ ਦਿਖਾਈ ਦੇਣਾ ਬੰਦ ਹੋ ਗਿਆ ਔਰ ਪਾਣੀ ਨੂੰ ਵੀ ਉਸ ਦਾ ਕੋਈ ਉਸ ਦੇ ਉੱਪਰ ਜਿਹੜਾ ਵਿਜ਼ੀਬਲ ਪ੍ਰਭਾਵ ਹੈ ਉਹ ਦਿਖਾਈ ਨਹੀਂ ਦਿੱਤਾ। ਜੋ ਪਦਾਰਥ ਦੇ ਕਣ ਹੈ, ਇਹਨਾਂ ਪਦਾਰਥਾਂ ਦੇ ਮੁੱਖ ਗੁਣ ਕਿਹੜੇ ਕਿਹੜੇ ਹਨ? ਇਹਨਾਂ ਪਦਾਰਥਾਂ ਦੇ ਮੁੱਖ ਗੁਣ ਕਿਹੜੇ ਕਿਹੜੇ ਹਨ? ਇਹ ਸਭ ਤੋਂ ਪਹਿਲੀ ਗੱਲ ਜੋ ਤੁਸੀਂ ਯਾਦ ਰੱਖਣੀ ਹੈ, ਸਾਰੇ ਪਦਾਰਥਾਂ ਦੇ ਵਿੱਚ ਖਾਲੀ ਥਾਂ ਹੁੰਦੀ ਹੈ। ਸਾਰੇ ਪਦਾਰਥਾਂ ਦੇ ਵਿੱਚ ਇੱਕ ਖਾਲੀ ਥਾਂ ਹੁੰਦੀ ਹੈ। ਉਸ ਤੋਂ ਬਾਅਦ ਪਦਾਰਥ ਦੇ ਕਣ ਜੋ ਹੈ ਉਹ ਲਗਾਤਾਰ ਗਤੀਸ਼ੀਲ ਰਹਿੰਦੇ ਹਨ। ਸੋ ਪਿਆਰੇ ਵਿਦਿਆਰਥੀਓ, ਜੋ ਪਦਾਰਥ ਦੇ ਕਣ ਹੈ ਉਹ ਕਿਸੇ ਵੀ ਪਦਾਰਥ ਦੇ ਜੋ ਜਦੋਂ ਵਿੱਚ ਮੌਜੂਦ ਹੁੰਦੇ ਹਨ, ਭਾਵੇਂ ਕਿ ਉਹ ਪਦਾਰਥ ਸਾਨੂੰ ਕਿਸੇ ਵੀ ਪ੍ਰਕਾਰ ਦੀ ਗਤੀ ਕਰਦਾ ਹੋਇਆ ਦਿਖਾਈ ਨਹੀਂ ਦਿੰਦਾ, ਪਰੰਤੂ ਉਸ ਦੇ ਅੰਦਰਲੇ ਕਣ ਹਮੇਸ਼ਾ ਹੀ ਗਤੀਸ਼ੀਲ ਰਹਿੰਦੇ ਹਨ। ਹੁਣ ਜੇਕਰ ਇਸ ਦੀ ਆਪਾਂ ਆਪਣੇ ਘਰ ਵਿੱਚ ਕੋਈ ਐਗਜ਼ਾਮਪਲ ਲਈਏ ਤਾਂ ਅਸੀਂ ਆਸਾਨੀ ਦੇ ਨਾਲ ਦੇਖ ਸਕਦੇ ਹਾਂ, ਜਦੋਂ ਅਸੀਂ ਆਪਣੇ ਕਮਰੇ ਵਿੱਚ ਧੂਪ ਜਾਂ ਅਗਰਬੱਤੀ ਜਲਾਉਂਦੇ ਹਾਂ ਤਾਂ ਜਲਾਉਂਦੇ ਸਾਰ ਹੀ ਪੂਰੇ ਘਰ ਵਿੱਚ ਉਸ ਦੀ ਖੁਸ਼ਬੂ ਫੈਲ ਜਾਂਦੀ ਹੈ। ਤਾਂ ਇਹ ਕਿਉਂ ਹੋਇਆ? ਕਿਉਂਕਿ ਅਗਰਬੱਤੀ ਦੇ ਧੂਏਂ ਦੇ ਕਣ ਗਤੀ ਵਿੱਚ ਹੋਣ ਕਾਰਨ ਆਪਣੇ ਆਪ ਪੂਰੇ ਕਮਰੇ ਵਿੱਚ ਉਹ ਫੈਲ ਗਏ ਹਨ। ਇਸ ਤੋਂ ਇਲਾਵਾ ਆਪਾਂ ਇੱਕ ਹੋਰ ਪ੍ਰਯੋਗ ਕਰਕੇ ਵੀ ਇਸ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ। ਸੋ ਇਸ ਪ੍ਰਯੋਗ ਦੇ ਵਿੱਚ ਅਸੀਂ 2 ਗਲਾਸ ਪਾਣੀ ਦੇ ਲਵਾਂਗੇ। ਹਾਲਾਂਕਿ 1 ਗਲਾਸ ਦੇ ਨਾਲ ਹੀ ਇਹ ਪ੍ਰਯੋਗ ਕੀਤਾ ਜਾ ਸਕਦਾ ਹੈ, ਪਰੰਤੂ 2 ਗਲਾਸ ਇਸ ਕਰਕੇ ਲਏ ਹਨ ਤਾਂ ਕਿ ਇਸ ਦੇ ਵਿੱਚ ਹੋਰ ਜੋ ਅਗਲਾ ਗੁਣ ਹੈ ਉਹ ਵੀ ਤੁਸੀਂ ਇਸੇ ਹੀ ਪ੍ਰਯੋਗ ਵਿੱਚ ਆਸਾਨੀ ਦੇ ਨਾਲ ਸਮਝ ਲਵੋ। ਸੋ ਆਪਾਂ ਜਦੋਂ ਇਹ 2 ਗਲਾਸ ਪਾਣੀ ਦੇ ਲਏ, ਉਹਨਾਂ ਵਿੱਚ ਇਹ ਇੱਕ ਸਾਡੇ ਕੋਲ ਨੀਲੇ ਰੰਗ ਦੀ ਸਿਆਹੀ ਹੈ। ਆਪਾਂ ਇਹਨਾਂ ਨੂੰ ਪਹਿਲਾਂ ਇਸ ਠੰਡੇ ਪਾਣੀ ਵਾਲੇ ਗਲਾਸ ਦੇ ਵਿੱਚ ਇਸ ਨੂੰ ਆਪਾਂ ਪਾਵਾਂਗੇ। ਇਹ ਠੰਡੇ ਪਾਣੀ ਦਾ ਗਲਾਸ ਹੈ। ਇਸ ਵਿੱਚ ਅਸੀਂ ਇਹ ਸਿਆਹੀ ਦੀਆਂ ਕੁਝ ਬੂੰਦਾਂ ਇਸ ਦੇ ਵਿੱਚ ਪਾਈਆਂ ਤੇ ਅਸੀਂ ਦੇਖਦੇ ਹਾਂ ਇਹ ਹੌਲੀ ਹੌਲੀ ਜੋ ਸਿਆਹੀ ਹੈ ਉਹ ਹੌਲੀ ਹੌਲੀ ਥੱਲੇ ਨੂੰ ਜਾ ਰਹੀ ਹੈ ਅਤੇ ਹੌਲੀ 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 ਉਹ ਸਾਰੇ ਹੀ ਘੋਲ ਵਿੱਚ ਘੁਲਣ ਲੱਗ ਪਈ ਹੈ। ਸੋ ਦੂਸਰੇ ਪਾਸੇ ਜੇ ਗਲਾਸ ਹੈ ਇਹ ਗਰਮ ਪਾਣੀ ਦਾ ਹੈ। ਗਰਮ ਪਾਣੀ ਵਿੱਚ ਵੀ ਅਸੀਂ ਉਸੇ ਪ੍ਰਕਾਰ ਕੁਝ ਬੂੰਦਾਂ ਪਾਣੀ ਦੀਆਂ ਪਾਈਆਂ ਹਨ। ਸੋ ਇਸ ਨੂੰ ਵੀ ਇਸੇ ਤਰ੍ਹਾਂ ਆਪਾਂ ਕੁਝ ਸਮੇਂ ਲਈ ਪਿਆ ਰਹਿਣ ਦੇਣਾ ਹੈ ਔਰ ਅਸੀਂ ਆਸਾਨੀ ਦੇ ਨਾਲ ਦੇਖ ਸਕਦੇ ਹਾਂ ਕਿ ਜੋ ਹੌਲੀ ਹੌਲੀ ਦੋਨਾਂ ਗਲਾਸਾਂ ਵਿੱਚ ਜੋ ਸਿਆਹੀ ਹੈ ਉਹ ਘੁਲਣੀ ਸ਼ੁਰੂ ਹੋ ਗਈ ਹੈ, ਪਰੰਤੂ ਗਰਮ ਪਾਣੀ ਵਾਲੇ ਗਲਾਸ ਵਿੱਚ ਇਹ ਸਿਆਹੀ ਬਹੁਤ ਹੀ ਤੇਜ਼ੀ ਦੇ ਨਾਲ ਘੁਲ ਗਈ। ਸੋ ਪਦਾਰਥ ਦੇ ਕਣਾਂ ਦਾ ਅਗਲਾ ਗੁਣ ਜੋ ਹੈ ਉਹ ਹੈ ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਮੀਨਸ ਜੋ ਕਣ ਹੈ ਉਹ ਇੱਕ ਦੂਜੇ ਨੂੰ ਖਿੱਚ ਕੇ ਰੱਖਦੇ ਹਨ। ਕੁਝ ਪਦਾਰਥਾਂ ਵਿੱਚ ਇਹ ਕਣ ਬਹੁਤ ਜ਼ਿਆਦਾ ਬਲ ਨਾਲ ਇੱਕ ਦੂਜੇ ਦੇ ਨਾਲ ਖਿੱਚਦੇ ਹਨ, ਜਦ ਕਿ ਕੁਝ ਪਦਾਰਥਾਂ ਵਿੱਚ ਇਹਨਾਂ ਵਿਚਲਾ ਬਲ ਘੱਟ ਹੁੰਦਾ ਹੈ। ਇਸ ਬਲ ਕਾਰਨ ਹੀ ਪਦਾਰਥਾਂ ਦੇ ਗੁਣ ਜੋ ਹੈ, ਸਾਰੇ ਪਦਾਰਥਾਂ ਦੀ ਅਵਸਥਾ ਜੋ ਹੈ ਉਹ ਅਸੀਂ ਉਹਨਾਂ ਨੂੰ ਦੇਖਦੇ ਹਾਂ। ਪਦਾਰਥਾਂ ਦੇ ਵਿਚਲੇ ਕਣਾਂ ਦੇ ਬਲ ਕਾਰਨ ਪਦਾਰਥ ਦੀਆਂ ਅਵਸਥਾਵਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ। ਕਿਵੇਂ? ਕਿਸ ਪ੍ਰਕਾਰ? ਜਦੋਂ ਕਿਸੇ ਪਦਾਰਥ ਦੇ ਕਣਾਂ ਵਿੱਚ ਬਲ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਉਹ ਠੋਸ ਅਵਸਥਾ ਵਿੱਚ ਹੁੰਦਾ ਹੈ, ਕਿਉਂਕਿ ਉਸ ਦੇ ਕਣ ਆਸਾਨੀ ਦੇ ਨਾਲ ਇੱਧਰ ਉੱਧਰ ਨਹੀਂ ਜਾ ਸਕਦੇ। ਸੋ ਜਦੋਂ ਕਿਸੇ ਪਦਾਰਥ ਦੇ ਕਣਾਂ ਵਿਚਲਾ ਬਲ ਜ਼ਿਆਦਾ ਹੁੰਦਾ ਹੈ ਅਤੇ ਉਹ ਉਸ ਦੇ ਕਣਾਂ ਨੂੰ ਬਹੁਤ ਜ਼ੋਰ ਨਾਲ ਜਕੜ ਕੇ ਰੱਖਦੇ ਹਨ ਤਾਂ ਉਹ ਠੋਸ ਹੁੰਦਾ ਹੈ। ਇਸੇ ਪ੍ਰਕਾਰ ਜੇਕਰ ਕਿਸੇ ਵਸਤੂ ਦੇ ਕਣਾਂ ਵਿੱਚ ਬਲ ਘੱਟ ਹੁੰਦਾ ਹੈ ਤਾਂ ਉਹ ਉਸ ਨੂੰ ਦਰਵ ਅਵਸਥਾ ਕਿਹਾ ਜਾਂਦਾ ਹੈ। ਦਰਵ ਅਵਸਥਾ ਵਿੱਚ ਵਸਤੂ ਦੇ ਕਣਾਂ ਵਿਚਲਾ ਬਲ ਦਰਮਿਆਨਾ ਹੁੰਦਾ ਹੈ, ਨਾ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਤੇ ਨਾ ਹੀ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਪਦਾਰਥ ਦੇ ਕਣ ਇੱਕ ਦੂਜੇ ਉੱਪਰ ਆਸਾਨੀ ਨਾਲ ਸਲਿੱਪ ਕਰ ਸਕਦੇ ਹਨ ਅਤੇ ਇਸੇ ਪ੍ਰਕਾਰ ਜੋ ਦਰਵ ਹਨ ਉਹ ਆਸਾਨੀ ਦੇ ਨਾਲ ਬਹਿ ਜਾਂਦੇ ਹਨ। ਇਸੇ ਪ੍ਰਕਾਰ ਜਦੋਂ ਵਸਤੂ ਦੇ ਕਣਾਂ ਵਿੱਚ
बल बहुत ज़्यादा घट हुंदा है तां साडे कोल जो वस्तु है वो गैसी अवस्था के रूप में साडे सामने आउंदी है। सो प्यारे विद्यार्थियों, हुण असी जान गए हाँ कि कोई भी पदार्थ ठोस, द्रव ਅਤੇ गैस अवस्था ਵਿੱਚ क्यों ਹੁੰਦਾ है। सो जो साडे ठोस, द्रव ਅਤੇ गैस जो पदार्थ ਹਨ ਉਹਨਾਂ ਨੂੰ ਆਪਾਂ ਇਸ ਜੋ ਤੁਹਾਡੀ ਸਕਰੀਨ ਦੇ ਉੱਪਰ ਚਿੱਤਰ ਦਿਖਾਈ ਦੇ ਰਿਹਾ ਹੈ ਇਸ ਨਾਲ ਆਸਾਨੀ ਦੇ ਨਾਲ ਅਸੀਂ ਦਰਸਾ ਸਕਦੇ ਹਾਂ। तो सब तो ਪਹਿਲਾਂ ਉੱਪਰ ਜੋ ਹੈ ਉਹ ਠੋਸ ਪਦਾਰਥ ਨੂੰ ਦਰਸਾਇਆ ਗਿਆ ਹੈ ਜਿਸ ਵਿੱਚ ਕਣਾਂ ਜੋ ਪਦਾਰਥ ਦੇ ਕਣ ਹਨ ਉਹ ਇੱਕ ਦੂਜੇ ਦੇ ਬਹੁਤ ਨਜ਼ਦੀਕ ਜੋ ਦਿਖਾਈ ਦੇ ਰਹੇ ਹਨ। ਇਸ ਕਰਕੇ ਇਹ ਇਹਨਾਂ ਵਿਚਲਾ ਬਲ ਬਹੁਤ ਜ਼ਿਆਦਾ ਹੈ ਅਤੇ ਇਹ ਠੋਸ ਅਵਸਥਾ ਵਿੱਚ ਹੁੰਦੇ ਹਨ। ਤੇ ਜੇਕਰ ਅਸੀਂ ਇਸ ਤੋਂ ਨੀਚੇ ਵਾਲੀ ਭਾਗ ਵਿੱਚ ਐੜਾ ਭਾਗ ਵਿੱਚ ਦੇਖੀਏ ਤਾਂ ਇਸ ਦੇ ਕਣਾਂ ਵਿੱਚ ਕੁਝ ਕੁ ਵਿੱਥ ਦਿਖਾਈ ਗਈ ਹੈ। ਕਹਿਣ ਦਾ ਭਾਵ ਇਹ ਹੈ ਕਿ ਇਸ ਦੇ ਕਣ ਇੱਕ ਦੂਜੇ ਦੇ ਬਹੁਤ ਜ਼ਿਆਦਾ ਘੁੱਟ ਕੇ ਪੈਕ ਨਹੀਂ ਕੀਤੇ ਹੁੰਦੇ ਤੇ ਇਹ ਥੋੜਾ ਬਹੁਤਾ ਇੱਧਰ ਉੱਧਰ ਖਿਸਕ ਸਕਦੇ ਹਨ। ਤੇ ਤੋਂ द्रवां ਵਿੱਚ ਜੋ ਕਣਾਂ ਦੀ ਅਰੇਂਜਮੈਂਟ ਹੈ, ਜੋ ਕਣਾਂ ਦੀ ਸਥਿਤੀ ਹੈ ਉਹ ਇਸ ਚਿੱਤਰ ਦੁਆਰਾ ਆਸਾਨੀ ਨਾਲ ਦਰਸਾਈ ਜਾ ਸਕਦੀ ਹੈ ਜਿਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਹ ਕਣ ਨਾ ਤਾਂ ਬਹੁਤ ਜ਼ਿਆਦਾ ਕੋਲ ਹਨ ਅਤੇ ਨਾ ਹੀ ਬਹੁਤ ਜ਼ਿਆਦਾ ਦੂਰ ਹਨ। ਇਸੇ ਪ੍ਰਕਾਰ ਜੋ ਤੀਜਾ ਚਿੱਤਰ ਹੈ, ਤੀਜੇ ਚਿੱਤਰ ਵਿੱਚ ਅਸੀਂ ਆਸਾਨੀ ਦੇ ਨਾਲ ਦੇਖ ਸਕਦੇ ਹਾਂ ਕਿ ਜੋ ਗੈਸ ਪਦਾਰਥਾਂ ਦੇ ਕਣ ਹਨ ਉਹ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਦੂਰ ਹੋਣ ਕਾਰਨ ਉਹਨਾਂ ਦਾ ਆਪਸੀ ਬਲ ਬਹੁਤ ਘੱਟ ਹੁੰਦਾ ਹੈ ਜਿਸ ਕਾਰਨ ਇਹਨਾਂ ਨੂੰ ਆਸਾਨੀ ਦੇ ਨਾਲ ਦਬਾਇਆ ਜਾ ਸਕਦਾ ਹੈ ਅਤੇ ਇਹ ਆਸਾਨੀ ਦੇ ਨਾਲ ਇੱਧਰ ਉੱਧਰ ਵੀ ਜਾ ਸਕਦੇ ਹਨ ਜਿਸ ਕਾਰਨ ਇਹਨਾਂ ਦਾ ਨਾ ਤਾਂ ਆਕਾਰ ਨਿਸ਼ਚਿਤ ਹੁੰਦਾ ਹੈ ਅਤੇ ਨਾ ਹੀ ਇਹਨਾਂ ਦਾ ਆਇਤਨ ਨਿਸ਼ਚਿਤ ਹੁੰਦਾ ਹੈ। ਸੋ ਪਿਆਰੇ ਵਿਦਿਆਰਥੀਓ, ਅਸੀਂ ਪਹਿਲਾਂ ਜਦੋਂ ਇੱਕ ਪ੍ਰਯੋਗ ਕੀਤਾ ਸੀ ਉਸ ਵਿੱਚ ਅਸੀਂ 2 ਗਲਾਸ ਲਏ ਸਨ ਜਿਸ ਵਿੱਚ ਇੱਕ ਵਿੱਚ ਗਰਮ ਪਾਣੀ ਸੀ ਅਤੇ ਇੱਕ ਵਿੱਚ ਜੋ ਠੰਡਾ ਪਾਣੀ ਸੀ। ਅਸੀਂ ਦੇਖਿਆ ਹੈ ਗਰਮ ਪਾਣੀ ਦੇ ਵਿੱਚ ਪਦਾਰਥਾਂ ਦੀ ਗਤੀ ਜ਼ਿਆਦਾ ਹੋ ਜਾਂਦੀ ਹੈ। ਇਸੇ ਕਾਰਨ ਗਰਮ ਪਾਣੀ ਵਾਲੇ ਗਲਾਸ ਵਿੱਚ ਜੋ ਸਿਆਹੀ ਹੈ ਉਹ ਆਸਾਨੀ ਨਾਲ ਇੱਧਰ ਉੱਧਰ ਫੈਲ ਗਈ ਸੀ ਜਿਸ ਤੋਂ ਇਹ ਪਤਾ ਲੱਗਿਆ ਸੀ ਕਿ ਉਸ ਦੇ ਕਣਾਂ ਦੀ ਜੋ ਗਤਿਜ ਊਰਜਾ ਹੈ ਉਹ ਵੱਧ ਗਈ ਹੈ। ਕਹਿਣ ਦਾ ਭਾਵ ਕਿ ਗਰਮੀ ਨਾਲ ਜੋ ਪਦਾਰਥਾਂ ਦੀ ਗਤੀ ਹੈ ਉਹਨਾਂ ਦੀ ਗਤਿਜ ਊਰਜਾ ਹੈ ਉਹ ਵੱਧ ਜਾਂਦੀ ਹੈ, ਉਹ ਵੱਧ ਤੇਜ਼ੀ ਨਾਲ ਗਤੀ ਕਰਨਾ ਸ਼ੁਰੂ ਕਰ ਦਿੰਦੇ ਹਨ। ਸੋ ਹੁਣ ਜੇਕਰ ਇਹਨਾਂ ਦੋਨਾਂ ਅਸੀਂ ਜੋ ਠੋਸ, द्रव ਅਤੇ ਗੈਸ ਦੇ ਕਣਾਂ ਦੇ ਗੁਣਾਂ ਦੇ ਆਧਾਰ ਤੇ ਆਪਾਂ ਪੜ੍ਹਿਆ ਹੈ ਅਤੇ ਤਾਪਮਾਨ ਦਾ ਪ੍ਰਭਾਵ ਉਸ ਤੇ ਦੇਖਿਆ ਹੈ ਤਾਂ ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਜੇਕਰ ਕਿਸੇ ਠੋਸ ਪਦਾਰਥ ਨੂੰ ਗਰਮ ਕਰਦੇ ਹਾਂ ਤਾਂ ਉਸ ਦੇ ਕਣਾਂ ਦੀ ਗਤੀ ਵੱਧ ਜਾਵੇਗੀ ਤੇ ਉਹ ਆਸਾਨੀ ਨਾਲ ਇੱਧਰ ਉੱਧਰ ਜਾ ਸਕਣਗੇ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਠੋਸ ਵਸਤੂ ਨੂੰ ਗਰਮ ਕਰਨ ਤੇ ਉਸ ਨੂੰ ਤਰਲ ਅਵਸਥਾ ਵਿੱਚ ਲਿਆਇਆ ਜਾ ਸਕਦਾ ਹੈ। ਇਸੇ ਪ੍ਰਕਾਰ ਜੇਕਰ ਅਸੀਂ ਇੱਕ ਤਰਲ ਲੈਂਦੇ ਹਾਂ ਤੇ ਉਸ ਨੂੰ ਗਰਮ ਕਰਦੇ ਹਾਂ ਤਾਂ ਵੀ ਉਸ ਦੇ ਕਣਾਂ ਦੀ ਜੋ ਗਤਿਜ ਊਰਜਾ ਹੈ ਉਹ ਵੱਧ ਜਾਵੇਗੀ ਅਤੇ ਉਹ ਗੈਸ ਅਵਸਥਾ ਵਿੱਚ ਆ ਜਾਣਗੇ। ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਗਰਮੀ ਨਾਲ ਵਸਤੂਆਂ ਦੀ ਅਵਸਥਾ ਦਾ ਪਰਿਵਰਤਨ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਠੋਸ ਨੂੰ ਗਰਮੀ ਦਿੱਤੀ ਜਾਂਦੀ ਹੈ ਤਾਂ ਉਹ ਤਰਲ ਅਵਸਥਾ ਵਿੱਚ ਆ ਜਾਂਦਾ ਹੈ। ਤੋ ਹਰ ਇੱਕ ਠੋਸ ਦਾ ਜੋ ਤਰਲ ਅਵਸਥਾ ਵਿੱਚ ਕਿੰਨੇ ਤਾਪਮਾਨ ਤੇ ਆਉਣਾ ਹੈ ਇਹ ਉਸ ਦਾ ਆਪਣਾ ਗੁਣ ਹੈ ਜਿਸ ਨੂੰ ਪਿਘਲਾਓ ਦਰਜਾ ਕਿਹਾ ਜਾਂਦਾ ਹੈ। ਕੋਈ ਠੋਸ ਕਿਸ ਤਾਪਮਾਨ ਤੇ ਠੋਸ ਤੋਂ ਤਰਲ ਅਵਸਥਾ ਵਿੱਚ ਬਦਲਦਾ ਹੈ ਇਹ ਉਸ ਦਾ ਆਪਣਾ ਗੁਣ ਹੈ ਅਤੇ ਜਿਸ ਤਾਪਮਾਨ ਤੇ ਉਹ ਤਰਲ ਅਵਸਥਾ ਵਿੱਚ ਬਦਲ ਜਾਂਦਾ ਹੈ ਉਸ ਤਾਪ ਨੂੰ ਉਸ ਦਾ ਪਿਘਲਾਓ ਦਰਜਾ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਜਦੋਂ ਕਿਸੇ द्रव ਨੂੰ ਗਰਮ ਕੀਤਾ ਜਾਂਦਾ ਹੈ ਤਾਂ ਉਹ ਗੈਸ ਅਵਸਥਾ ਵਿੱਚ ਤਬਦੀਲ ਹੋ ਜਾਂਦਾ ਹੈ। ਜਿਸ ਤਾਪਮਾਨ ਤੇ ਕੋਈ ਪਦਾਰਥ ਤਰਲ ਅਵਸਥਾ ਤੋਂ ਗੈਸ ਅਵਸਥਾ ਵਿੱਚ ਬਦਲ ਜਾਂਦਾ ਹੈ ਉਸ ਨੂੰ ਉਸ ਤਰਲ ਦਾ ਉਬਾਲ ਦਰਜਾ ਕਿਹਾ ਜਾਂਦਾ ਹੈ। ਇਸ ਤੋਂ ਉਲਟ ਜਦੋਂ ਕਿਸੇ ਗੈਸ ਨੂੰ ਠੰਡਾ ਕੀਤਾ ਜਾਂਦਾ ਹੈ ਤਾਂ ਉਹ ਗੈਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਆ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਅਸੀਂ ਸੰਘਣਨ ਕਹਿ ਸਕਦੇ ਹਾਂ।
तो तापमान घटाउਣ ਦੇ ਨਾਲ ਤਰਲ ਗੈਸੀ ਪਦਾਰਥ ਤਰਲ ਪਦਾਰਥਾਂ ਵਿੱਚ ਤਬਦੀਲ ਹੋ ਜਾਂਦੇ ਹਨ। ਇਸ ਘਟਨਾ ਨੂੰ ਸੰਗਣਨ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਜਦੋਂ ਕਿਸੇ ਤਰਲ ਨੂੰ ਹੋਰ ਜ਼ਿਆਦਾ ਠੰਡਾ ਕਰ ਦਿੱਤਾ ਜਾਂਦਾ ਹੈ ਤਾਂ ਉਹ ਠੋਸ ਰੂਪ ਵਿੱਚ ਆ ਜਾਂਦਾ ਹੈ। ਜਿਵੇਂ ਪਾਣੀ ਨੂੰ ਠੰਡਾ ਕਰਨ ਤੇ ਉਹ ਬਰਫ਼ ਬਣ ਜਾਂਦੀ ਹੈ। ਤੋ ਇਸ ਕਿਰਿਆ ਨੂੰ ਜੰਮਣਾ ਕਿਹਾ ਜਾਂਦਾ ਹੈ। ਸੋ ਇੱਕ ਪੂਰਾ ਚੱਕਰ ਜੋ ਹੈ ਆਪਾਂ ਇਹ ਸਮਝ ਸਕਦੇ ਹਾਂ। ਇਹ ਜੋ ਚਿੱਤਰ ਤੁਹਾਨੂੰ ਦਿਖਾਈ ਦੇ ਰਿਹਾ ਹੈ, ਇਸ ਚਿੱਤਰ ਅਨੁਸਾਰ ਅਸੀਂ ਸਮਝ ਸਕਦੇ ਹਾਂ ਕਿ ਕਿਸ ਪ੍ਰਕਾਰ ਅਸੀਂ ਜਦੋਂ ਠੋਸ ਅਵਸਥਾ ਤੋਂ ਤਾਪ ਦਿੰਦੇ ਹਾਂ ਤਾਂ ਉਹ ਦਰਵ ਅਵਸਥਾ ਵਿੱਚ ਬਦਲ ਜਾਂਦਾ ਹੈ ਅਤੇ ਹੋਰ ਜ਼ਿਆਦਾ ਤਾਪ ਦੇਣ ਤੇ ਉਹ ਗੈਸ ਅਵਸਥਾ ਵਿੱਚ ਆ ਜਾਂਦਾ ਹੈ। ਜੇਕਰ ਇਸ ਨੂੰ ਠੰਡਾ ਕਰਦੇ ਹਾਂ ਤਾਂ ਇਹ ਪ੍ਰੋਸੈਸ ਉਲਟੀ ਦਿਸ਼ਾ ਵਿੱਚ ਚੱਲਣੀ ਸ਼ੁਰੂ ਹੋ ਜਾਂਦੀ ਹੈ। ਗੈਸੀ ਪਦਾਰਥਾਂ ਨੂੰ ਠੰਡਾ ਕਰਨ ਤੇ ਦਰਵ ਅਵਸਥਾ ਵਿੱਚ ਇਹ ਤਬਦੀਲ ਹੋ ਜਾਣਗੇ ਅਤੇ ਦਰਵ ਅਵਸਥਾ ਪਦਾਰਥਾਂ ਨੂੰ ਹੋਰ ਜ਼ਿਆਦਾ ਠੰਡਾ ਕਰਨ ਤੇ ਇਹ ਠੋਸ ਪਦਾਰਥਾਂ ਵਿੱਚ ਚੇਂਜ ਹੋ ਜਾਣਗੇ। ਸੋ ਪਿਆਰੇ ਵਿਦਿਆਰਥੀਓ, ਕੁਝ ਪਦਾਰਥ ਸਾਡੇ ਕੋਲ ਅਜਿਹੇ ਵੀ ਹੁੰਦੇ ਹਨ ਜੋ ਕਿ ਜਦੋਂ ਉਹਨਾਂ ਨੂੰ ਠੋਸ ਪਦਾਰਥਾਂ ਨੂੰ ਅਸੀਂ ਗਰਮ ਕਰਦੇ ਹਨ ਤਾਂ ਉਹ ਤਰਲ ਅਵਸਥਾ ਵਿੱਚ ਜਾਣ ਦੀ ਬਜਾਏ ਸਿੱਧੇ ਹੀ ਗੈਸ ਅਵਸਥਾ ਵਿੱਚ ਚਲੇ ਜਾਂਦੇ ਹਨ। ਸੋ ਇਸ ਤਰ੍ਹਾਂ ਦੇ ਵਰਤਾਰੇ ਨੂੰ ਜੋਹਰ ਉਡਾਉਣਾ ਕਿਹਾ ਜਾਂਦਾ ਹੈ। ਸੋ ਇਹ ਤੁਹਾਡੇ ਪਾਠ ਦੇ ਇਸ ਭਾਗ ਵਿੱਚ ਦਰਸਾਇਆ ਗਿਆ ਹੈ। ਸੋ ਪਦਾਰਥ ਦੇ ਤਿੰਨਾਂ ਰੂਪਾਂ ਦੇ ਵਿੱਚ ਅਦਲਾ ਬਦਲੀ ਨੂੰ ਅਸੀਂ ਇਸ ਚਿੱਤਰ ਦੁਆਰਾ ਦਰਸਾ ਸਕਦੇ ਹਾਂ। ਤੋ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੈ। ਤੋ ਜਦੋਂ ਠੋਸ ਨੂੰ ਦਰਵ ਅਵਸਥਾ ਵਿੱਚ ਬਦਲਿਆ ਜਾਂਦਾ ਹੈ ਤਾਂ ਇਸ ਨੂੰ ਪਿਘਲਣਾ ਕਿਹਾ ਜਾਂਦਾ ਹੈ। ਤੋ ਜਦੋਂ ਦਰਵ ਨੂੰ ਠੰਡਾ ਕਰਕੇ ਠੋਸ ਬਣਾਇਆ ਜਾਂਦਾ ਹੈ ਤਾਂ ਇਸ ਨੂੰ ਜੰਮਣਾ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਜਦੋਂ ਕਿਸੇ ਦਰਵ ਨੂੰ ਗਰਮ ਕੀਤਾ ਜਾਂਦਾ ਹੈ ਬਾਸ਼ਪੀਕਰਨ ਕਿਹਾ ਜਾਂਦਾ ਹੈ। ਤੇ ਜਦੋਂ ਕਿਸੇ ਗੈਸ ਨੂੰ ਠੰਡਾ ਕੀਤਾ ਜਾਂਦਾ ਹੈ ਤਾਂ ਉਹ ਦਰਵ ਦੇ ਵਿੱਚ ਆ ਦਰਵ ਰੂਪ ਧਾਰਨ ਕਰ ਲੈਂਦੀ ਹੈ ਤੇ ਇਸ ਨੂੰ ਸੰਘਣਨ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਠੋਸ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਉਹ ਬਿਨਾਂ ਦਰਵ ਰੂਪ ਵਿੱਚ ਆਏ ਸਿੱਧੇ ਹੀ ਗੈਸ ਅਵਸਥਾ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਤਾਂ ਇਸ ਕਿਰਿਆ ਨੂੰ ਜੋਹਰ ਉਡਾਉਣਾ ਕਿਹਾ ਜਾਂਦਾ ਹੈ। ਜਦੋਂ ਕਿਸੇ ਗੈਸ ਨੂੰ ਆਪਾਂ ਠੰਡਾ ਕਰਦੇ ਹਾਂ, ਜੇਕਰ ਉਹ ਬਿਨਾਂ ਦਰਵ ਰੂਪ ਵਿੱਚ ਆਏ ਸਿੱਧੇ ਹੀ ਠੋਸ ਅਵਸਥਾ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਤਾਂ ਇਸ ਨੂੰ ਜੋਹਰ ਉਡਾਉਣਾ ਕਿਹਾ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਹੁਣ ਆਪਾਂ ਇਹ ਕੁਝ ਗੱਲਾਂ ਪੜ੍ਹ ਲਈਆਂ ਹਨ। ਇਹਨਾਂ ਜਾਣਕਾਰੀਆਂ ਦੇ ਆਧਾਰ ਤੇ ਅਸੀਂ ਜੋ ਤੁਹਾਡੇ ਨੈਸ ਜਾਂ ਪੈਸ ਦੇ ਵਿੱਚ ਪ੍ਰਸ਼ਨ ਪੁੱਛੇ ਜਾਣਗੇ, ਤੁਸੀਂ ਇਹਨਾਂ ਨੂੰ ਕਿੰਨੇ ਚੰਗੀ ਤਰ੍ਹਾਂ ਪੜ੍ਹਿਆ ਹੈ ਤੇ ਕਿੰਨੇ ਵਧੀਆ ਢੰਗ ਨਾਲ ਸਮਝਿਆ ਹੈ, ਉਸ ਆਧਾਰ ਤੇ ਕੁਝ ਪ੍ਰਸ਼ਨ ਬਣਾਏ ਗਏ ਹਨ। ਤਾਂ ਤੁਸੀਂ ਆਪਾਂ ਇਹਨਾਂ ਦੀ ਉੱਤਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੋ ਜੋ ਪੈਸ ਵਿੱਚ ਪ੍ਰਸ਼ਨ ਆਉਣਗੇ ਤੁਹਾਨੂੰ ਇਸ ਪ੍ਰਕਾਰ ਦੇ ਆਉਣਗੇ ਔਰ ਤੁਸੀਂ ਇਹਨਾਂ ਦੇ ਉੱਤਰ ਕਿੱਦਾਂ ਦੇਣੇ ਹਨ ਇਹ ਵੀ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਵੀ ਕਿਸ ਪ੍ਰਕਾਰ ਇਹਨਾਂ ਦੇ ਉੱਤਰਾਂ ਤੱਕ ਅਸੀਂ ਪੁੱਜਣਾ ਹੈ। ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਵੀ ਪਦਾਰਥ ਕਿਸੇ ਰੇਸ਼ੇ ਦੇ ਕੱਪੜੇ ਗਰਮੀਆਂ ਵਿੱਚ ਆਰਾਮਦਾਇਕ ਹੁੰਦੇ ਹਨ। ਇਹ ਗਰਮੀਆਂ ਵਿੱਚ ਕਿਸ ਪ੍ਰਕਾਰ ਦੇ ਕੱਪੜੇ ਪਾਉਂਦੇ ਹਨ, ਕਿਹੜੇ ਰੇਸ਼ੇ ਤੋਂ ਬਣੇ ਕੱਪੜੇ ਸਾਨੂੰ ਠੰਡਕ ਪ੍ਰਦਾਨ ਕਰਨਗੇ, ਕਿਉਂ ਗਰਮੀਆਂ ਨੂੰ ਸਾਨੂੰ ਠੰਡ ਚਾਹੀਦੀ ਹੈ। ਸੋ ਜੇ ਠੰਡ ਚਾਹੀਦੀ ਹੈ ਤਾਂ ਸਾਡੇ ਕੋਲ ਅਜਿਹਾ ਕੋਈ ਰੇਸ਼ਾ ਹੋਣਾ ਚਾਹੀਦਾ ਹੈ ਜੋ ਸਾਨੂੰ ਠੰਡਕ ਪ੍ਰਦਾਨ ਕਰੇ। ਹੁਣ ਅਸੀਂ ਇਸ ਪਾਠ ਦੇ ਵਿੱਚ ਜਦੋਂ ਬਾਸ਼ਪੀਕਰਨ ਪੜ੍ਹਿਆ ਸੀ, ਉਸ ਬਾਸ਼ਪੀਕਰਨ ਦੇ ਵਿੱਚ ਇਹ ਪੜ੍ਹਿਆ ਸੀ ਜੇ ਬਾਸ਼ਪੀਕਰਨ ਦੇ ਨਾਲ ਹਮੇਸ਼ਾ ਠੰਡਕ ਪੈਦਾ ਹੁੰਦੀ ਹੈ। ਸੋ ਸੂਤੀ ਕੱਪੜੇ ਜੋ ਹੈ ਉਹ ਪਾਣੀ ਨੂੰ ਆਪਣੇ ਵਿੱਚ ਸੋਖ ਲੈਂਦੇ ਹਨ ਅਤੇ ਹੌਲੀ ਹੌਲੀ ਵਾਯੂਮੰਡਲ ਵਿੱਚ ਉਸ ਦਾ ਬਾਸ਼ਪੀਕਰਨ ਕਰਦੇ ਰਹਿੰਦੇ ਹਨ, ਜਿਸ ਕਾਰਨ ਉਹ ਸਾਡੇ ਸਰੀਰ ਨੂੰ ਠੰਡਕ ਪ੍ਰਦਾਨ ਕਰਦੇ ਹਨ। ਇਸੇ ਲਈ ਗਰਮੀਆਂ ਵਿੱਚ ਸੂਤੀ ਕੱਪੜਿਆਂ ਨੂੰ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ ਜਾਂ ਉਹ ਆਰਾਮਦਾਇਕ ਹੁੰਦੇ ਹਨ। ਇਸ ਲਈ ਪਹਿਲੇ ਪ੍ਰਸ਼ਨ ਦਾ ਉੱਤਰ ਆਵੇਗਾ ਭਾਗ ਊੜਾ ਸੂਤੀ। ਇਸੇ ਪ੍ਰਕਾਰ ਦੂਜਾ
ਕਿਸੇ ਪਦਾਰਥ ਵਿੱਚ ਮਾਦੇ ਦੀ ਮਾਤਰਾ ਨੂੰ ਕੀ ਕਹਿੰਦੇ ਹਨ? ਤੋ ਇਹ ਜਦੋਂ ਅਸੀਂ ਪਾਠ ਪੜ੍ਹਿਆ ਹੈ ਉਸ ਵਿੱਚ ਅਸੀਂ ਦੇਖਿਆ ਹੈ ਵੀ ਇਹ ਜੋ ਜੋ ਵੀ ਸਾਡੇ ਆਲੇ ਦੁਆਲੇ ਦੇ ਪਦਾਰਥ ਹਨ ਉਹ ਸਾਰੇ ਮਾਦੇ ਦੇ ਬਣੇ ਹੋਏ ਹਨ। ਤਾਂ ਉਹ ਮਾਦਾ ਕੀ ਹੈ? ਮਾਦਾ ਉਹ ਵਸਤੂ ਜੋ ਥਾਂ ਘੇਰਦੀ ਹੈ ਅਤੇ ਜਿਸ ਦਾ ਪੁੰਜ ਹੁੰਦਾ ਹੈ ਉਸ ਨੂੰ ਮਾਦਾ ਕਿਹਾ ਜਾਂਦਾ ਹੈ। ਸੋ ਕਿਸੇ ਪਦਾਰਥ ਵਿੱਚ ਮਾਦੇ ਦੀ ਕਿੰਨੀ ਮਾਤਰਾ ਹੈ? ਜੇਕਰ ਉਸ ਵਿੱਚ ਮਾਤਰਾ ਜ਼ਿਆਦਾ ਹੋਵੇਗੀ ਤਾਂ ਉਹ ਚੀਜ਼ ਵੱਡੀ ਹੋਵੇਗੀ, ਭਾਰੀ ਹੋਵੇਗੀ। ਤੋ ਜੇਕਰ ਉਸ ਦੇ ਅੰਦਰ ਮਾਦੇ ਦੀ ਪਦਾਰਥ ਦੀ ਮਾਤਰਾ ਘੱਟ ਹੈ ਤਾਂ ਉਹ ਛੋਟੀ ਹੋਵੇਗੀ, ਮੀਨਸ ਉਹ ਹਲਕੀ ਹੋਵੇਗੀ। ਸੋ ਇਸ ਤੋਂ ਆਪਾਂ ਆਸਾਨੀ ਦੇ ਨਾਲ ਇਹ ਅੰਦਾਜ਼ਾ ਲਗਾ ਸਕਦੇ ਹਾਂ ਇਸ ਦਾ ਉੱਤਰ ਜੋ ਹੈ ਉਹ ਪੁੰਜ ਆਵੇਗਾ। ਸੋ ਭਾਗ ਈੜੀ ਇਸ ਦਾ ਉੱਤਰ ਹੋਵੇਗਾ। ਉਸ ਤੋਂ ਅਗਲਾ ਪ੍ਰਸ਼ਨ ਹੈ, ਸਮੁੰਦਰ ਤਲ ਤੋਂ ਜ਼ਿਆਦਾ ਉਚਾਈ ਤੇ ਜਾਣ ਨਾਲ ਕੀ ਹੁੰਦਾ ਹੈ? ਸੋ ਇਹ ਅਸੀਂ ਜਦੋਂ ਪਾਠ ਪੜ੍ਹਿਆ ਸੀਗਾ ਉਸ ਪਾਠ ਦੇ ਵਿੱਚ ਹੀ ਜਦੋਂ ਅਸੀਂ ਚੰਗੀ ਤਰ੍ਹਾਂ ਸਮਝਣਾ ਹੈ ਉਸਨੂੰ ਤਾਂ ਉਸ ਦੇ ਵਿੱਚੋਂ ਹੀ ਇਹ ਗੱਲਾਂ ਨਿਕਲ ਕੇ ਆਉਣੀਆਂ ਹਨ। ਸਮੁੰਦਰ ਤਲ ਤੋਂ ਜ਼ਿਆਦਾ ਉਚਾਈ ਤੇ ਜਾਣ ਨਾਲ ਦਰਵ ਦਾ ਉਬਾਲ ਦਰਜਾ ਵੱਧਦਾ ਹੈ ਜਾਂ ਘਟਦਾ ਹੈ, ਜਾਂ ਉਹ 'ਚ ਕੋਈ ਬਦਲਾਅ ਨਹੀਂ ਆਉਂਦਾ, ਜਾਂ ਠੋਸ ਦਾ ਪਿਘਲਾਓ ਦਰਜਾ ਵੱਧਦਾ ਹੈ। ਸੋ ਜਦੋਂ ਅਸੀਂ ਪਿਘਲਾਓ ਦਰਜੇ ਦੀ ਗੱਲ ਕੀਤੀ ਹੈ ਜਾਂ ਉਬਾਲ ਦਰਜੇ ਦੀ ਗੱਲ ਕੀਤੀ ਹੈ ਤਾਂ ਉਸ ਵਿੱਚ ਪੜ੍ਹਦੇ ਪੜ੍ਹਦੇ ਅਸੀਂ ਇੱਕ ਪੁਆਇੰਟ ਪੜ੍ਹਿਆ ਸੀ ਵੀ ਜਿਵੇਂ ਹੀ ਅਸੀਂ ਉਚਾਈ ਵੱਲ ਜਾਂਦੇ ਹਾਂ ਤਾਂ ਦਬਾਓ ਜੋ ਵਾਯੂਮੰਡਲੀ ਦਬਾਓ ਹੈ ਉਹ ਘਟਦਾ ਜਾਂਦਾ ਹੈ। ਸੋ ਵਾਯੂਮੰਡਲੀ ਦਬਾਓ ਘਟਣ ਦੇ ਨਾਲ ਦਰਵ ਦਾ ਉਬਾਲ ਦਰਜਾ ਵੀ ਘਟ ਜਾਂਦਾ ਹੈ। ਇਸ ਲਈ ਭਾਗ ਇਸ ਪ੍ਰਸ਼ਨ ਦਾ ਉੱਤਰ ਜੋ ਹੈ ਉਹ ਆਵੇਗਾ, ਦਰਵ ਦਾ ਉਬਾਲ ਦਰਜਾ ਘਟਦਾ ਹੈ। ਸੋ ਅੱਗੇ ਆ ਗਿਆ, ਜਦੋਂ ਅਸੀਂ ਪੋਟੈਸ਼ੀਅਮ ਪਰਮੈਂਗਨੇਟ ਦੇ ਕੁਝ ਕਣਾਂ ਨੂੰ ਪਾਣੀ ਵਾਲੇ ਬੀਕਰ ਵਿੱਚ ਸੁੱਟਦੇ ਹਾਂ ਤਾਂ ਕੁਝ ਸਮੇਂ ਬਾਅਦ ਪੂਰੇ ਪਾਣੀ ਦਾ ਰੰਗ ਗੁਲਾਬੀ ਹੋ ਜਾਂਦਾ ਹੈ। ਇਹ ਪੋਟਾਸ਼ੀਅਮ ਪਰਮੈਂਗਨੇਟ ਦਾ ਕਿਹੜਾ ਗੁਣ ਦਰਸਾਉਂਦਾ ਹੈ? ਸੋ ਇਹ ਜੋ ਇੱਕ ਪਦਾਰਥ ਦੇ ਕਣਾਂ ਦਾ ਦੂਜੇ ਪਦਾਰਥ ਦੇ ਕਣਾਂ ਵਿੱਚ ਮਿਲਣ ਦੀ ਕਿਰਿਆ ਨੂੰ ਪ੍ਰਸਰਣ ਕਿਹਾ ਜਾਂਦਾ ਹੈ। ਸੋ ਜਦੋਂ ਅਸੀਂ ਸਿਆਹੀ ਦਾ ਪ੍ਰਯੋਗ ਕੀਤਾ ਸੀ, ਅਸੀਂ ਜੋ ਸਿਆਹੀ ਪਾਣੀ ਵਿੱਚ ਪਾਈ ਸੀ, ਪਾਣੀ ਔਰ ਸਿਆਹੀ ਦੇ ਕਣ ਆਪਸ ਵਿੱਚ ਮਿਲ ਗਏ, ਉਹ ਪ੍ਰਸਰਨ ਦੀ ਉਦਾਹਰਨ ਸੀ। ਸੋ ਇੱਥੇ ਵੀ ਇਹ ਅਸੀਂ ਆਪਣੇ ਆਪ ਸੋਚ ਲੈਣਾ ਹੈ ਵੀ ਇਹ ਜੋ ਹੈ ਇਹ ਕਿਹੜੀ ਕਿਰਿਆ ਹੈ? ਇਹ ਪ੍ਰਸਰਨ ਕਿਰਿਆ ਹੈ। ਸੋ ਮਾਦੇ ਦੇ ਕਣਾਂ ਵਿੱਚ ਕਿਹੜਾ ਬਲ ਇਹਨਾਂ ਨੂੰ ਬੰਨ੍ਹ ਕੇ ਰੱਖਦਾ ਹੈ? ਆਪਾਂ ਹੁਣੇ ਗੱਲ ਕੀਤੀ ਸੀ ਵੀ ਸਾਰੇ ਜੋ ਪਦਾਰਥ ਦੇ ਕਣ ਹਨ ਉਹਨਾਂ ਵਿੱਚ ਇੱਕ ਬਲ ਹੁੰਦਾ ਹੈ। ਉਹ ਕਿਹੜਾ ਬਲ ਹੁੰਦਾ ਹੈ? ਉਹ ਕਣਾਂ ਦੇ ਵਿਚਕਾਰਲਾ ਬਲ ਹੁੰਦਾ ਹੈ। ਸੋ ਇਸ ਲਈ ਇਸ ਦਾ ਉੱਤਰ ਆਵੇਗਾ ਈੜੀ, ਕਣਾਂ ਦੇ ਵਿਚਕਾਰਲਾ ਬਲ। ਉਸ ਤੋਂ ਬਾਅਦ 6ਵਾਂ, ਦਰਵਾਂ ਦੇ ਗੈਸਾਂ ਵਿੱਚ ਤਬਦੀਲ ਹੋਣ ਦੀ ਪ੍ਰਕਿਰਿਆ ਨੂੰ ਕੀ ਆਖਦੇ ਹਨ? ਇਹ ਜੋ ਅਸੀਂ ਚਿੱਤਰ ਪੜ੍ਹਿਆ ਸੀ ਜਦੋਂ ਅਸੀਂ ਦੇਖਿਆ ਸੀ ਵੀ ਉਹ ਤਿੰਨੇ ਜੋ ਇਸ ਪ੍ਰਕਾਰ ਦੀ ਟ੍ਰਾਇੰਗਲ ਵਾਲਾ ਚਿੱਤਰ ਪੜ੍ਹਿਆ ਸੀ ਉਸ ਵਿੱਚ ਅਸੀਂ ਦੇਖਿਆ ਸੀ ਵੀ ਜਦੋਂ ਜੋ ਦਰਵ ਹੈ ਗੈਸਾਂ ਵਿੱਚ ਤਬਦੀਲ ਹੋਣ ਨੂੰ ਅਸੀਂ ਕੀ ਕਿਹਾ ਜਾਂਦਾ ਹੈ? ਬਾਸ਼ਪੀਕਰਨ ਕਿਹਾ ਸੀ। ਇਸ ਤੋਂ ਇਲਾਵਾ ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਦਰਵ ਅਵਸਥਾ ਨੂੰ ਪਰਿਭਾਸ਼ਿਤ ਕਰਦਾ ਹੈ? ਦਰਵ ਅਵਸਥਾ ਦੀ ਪਰਿਭਾਸ਼ਾ ਕੀ ਸੀ? ਜਦੋਂ ਕਿਸੇ ਪਦਾਰਥ ਦਾ ਆਇਤਨ ਤਾਂ ਨਿਸ਼ਚਿਤ ਹੁੰਦਾ ਹੈ ਪਰੰਤੂ ਉਸ ਦਾ ਆਕਾਰ ਨਿਸ਼ਚਿਤ ਨਹੀਂ ਹੁੰਦਾ। ਸੋ ਇਹ ਆਪਸ਼ਨ ਆਪਾਂ ਲੱਭਣਾ ਹੈ, ਕਿਹੜਾ ਆਪਸ਼ਨ ਹੈ? ਇਸ ਦਾ ਆਕਾਰ ਅਤੇ ਆਇਤਨ ਦੋਨੋਂ ਨਿਸ਼ਚਿਤ ਹੁੰਦੇ ਹਨ, ਇਹ ਨਹੀਂ ਹੈ। ਤਾਂ ਐੜਾ ਹੈ। ਇਸ ਦਾ ਆਕਾਰ ਤਾਂ ਨਿਸ਼ਚਿਤ ਹੁੰਦਾ ਹੈ ਪਰੰਤੂ ਆਇਤਨ ਨਹੀਂ, ਦਰਵਾਂ ਦਾ ਆਕਾਰ ਤਾਂ ਨਿਸ਼ਚਿਤ ਨਹੀਂ ਹੁੰਦਾ ਹੈ, ਇਸ ਲਈ ਇਹ ਆਪਸ਼ਨ ਵੀ ਨਹੀਂ ਹੋ ਸਕਦਾ ਹੈ। ਅੱਗੇ ਈੜੀ ਭਾਗ ਤੇ ਵਿਚਾਰ ਕਰਦੇ ਹਾਂ। ਇਸ ਦਾ ਆਇਤਨ ਤਾਂ ਨਿਸ਼ਚਿਤ ਹੈ ਪਰੰਤੂ ਆਕਾਰ ਨਹੀਂ। ਹਾਂ, ਇਹ ਸਾਡੀ ਜੋ ਅਸੀਂ ਪਰਿਭਾਸ਼ਾ ਪੜ੍ਹੀ ਸੀ ਉਸ ਨਾਲ ਮੇਲ ਖਾਂਦਾ ਹੈ, ਇਸ ਲਈ ਇਸ ਦਾ ਉੱਤਰ ਈ ਆਵੇਗਾ। ਇਸ ਦਾ ਆਇਤਨ ਤਾਂ ਨਿਸ਼ਚਿਤ ਹੁੰਦਾ ਹੈ ਪਰੰਤੂ ਆਕਾਰ ਨਹੀਂ। ਹੇਠ ਲਿਖਿਆ ਵਿੱਚੋਂ ਕਿਹੜਾ ਢੰਗ ਮਾਦੇ ਦੀ ਅਵਸਥਾ ਵਿੱਚ ਪਰਿਵਰਤਨ ਨਹੀਂ ਲਿਆਉਂਦਾ? ਹੁਣ ਅਸੀਂ ਜਦੋਂ ਪੜ੍ਹਿਆ ਸੀ ਵੀ ਪਦਾਰਥ ਦੀਆਂ ਅਵਸਥਾਵਾਂ ਇੱਕ ਅਵਸਥਾ ਤੋਂ ਦੂਜੀ ਅਵਸਥਾ ਤੱਕ ਕਿੱਦਾਂ ਜਾਂਦਾ ਹੈ, ਅਸੀਂ ਪੜ੍ਹਿਆ ਸੀ ਵੀ ਉਹਨਾਂ ਨੂੰ ਗਰਮ ਕਰਨ ਦੇ ਨਾਲ। ਸੋ ਅਸੀਂ ਦੇਖਦੇ ਹਾਂ ਵੀ ਹੇਠ ਲਿਖਿਆਂ ਵਿੱਚ ਕਿਹੜਾ ਢੰਗ ਮਾਦੇ ਦੀ ਅਵਸਥਾ ਵਿੱਚ ਪਰਿਵਰਤਨ ਨਹੀਂ ਲਿਆਉਂਦਾ? ਸੋ ਤਾਪਮਾਨ ਨਾਲ ਉਹਨਾਂ ਦੀ ਗਰਮ ਠੰਡਾ ਕਰਨ ਨਾਲ ਉਸ ਦੀ ਅਵਸਥਾ ਬਦਲ ਸਕਦੀ ਹੈ। ਦਬਾਓ ਵਧਾਉਣ ਜਾਂ ਘਟਾਉਣ ਨਾਲ ਵੀ ਵਸਤੂ
ਦੀ ਅਵਸਥਾ ਦੇ ਵਿੱਚ ਪਰਿਵਰਤਨ ਹੋ ਸਕਦਾ ਹੈ। ਗਰਮ ਕਰਨ ਨਾਲ ਵੀ ਅਸੀਂ ਦੇਖਿਆ ਹੈ ਉਸ ਦੀ ਅਵਸਥਾ ਵਿੱਚ ਪਰਿਵਰਤਨ ਆ ਸਕਦਾ ਹੈ। ਸੋ ਬਰੀਕ ਪੀਸਣ ਨਾਲ ਉਸ ਦੀ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਜਿਵੇਂ ਕਿ ਖੰਡ ਹੈ, ਖੰਡ ਨੂੰ ਜੇਕਰ ਅਸੀਂ ਪੀਸ ਦੇਵਾਂਗੇ ਤਾਂ ਖੰਡ ਠੋਸ ਅਵਸਥਾ ਵਿੱਚ ਹੀ ਰਹੇਗੀ, ਉਹ ਗੈਸ ਜਾਂ ਤਰਲ ਅਵਸਥਾ ਵਿੱਚ ਨਹੀਂ ਆਏਗੀ। ਇਸ ਲਈ ਇਸ ਪ੍ਰਸ਼ਨ ਦਾ ਉੱਤਰ ਬਰੀਕ ਪੀਸਣਾ ਹੈ। ਉਸ ਤੋਂ ਬਾਅਦ ਇਹਨਾਂ ਵਿੱਚੋਂ ਕਿਹੜਾ ਮਾਦਾ ਨਹੀਂ ਹੈ? ਸੋ ਗਰਮੀ ਮਹਿਸੂਸ ਕਰਨਾ, ਧੂੰਆਂ, ਨਮੀ ਅਤੇ ਪਾਣੀ। ਮਾਦਾ, ਹੁਣ ਮਾਦੇ ਦੀ ਪਰਿਭਾਸ਼ਾ ਕੀ ਸੀ? ਉਹ ਵਸਤੂ ਜੋ ਜਿਸ ਦਾ ਭਾਰ ਪੁੰਜ ਹੁੰਦਾ ਹੈ ਅਤੇ ਉਹ ਥਾਂ ਘੇਰਦੀ ਹੈ, ਉਸ ਨੂੰ ਮਾਦਾ ਕਿਹਾ ਜਾਂਦਾ ਹੈ। ਤੋ ਧੂਏ ਦਾ ਪੁੰਜ ਹੁੰਦਾ ਹੈ ਅਤੇ ਉਹ ਥਾਂ ਘੇਰਦਾ ਹੈ, ਇਸ ਲਈ ਇਹ ਮਾਦਾ ਹੈ। ਨਮੀ ਕਿਉਂਕਿ ਬਾਸ਼ਪਾਨ ਬਣੀ ਹੁੰਦੀ ਹੈ, ਇਸ ਦਾ ਪੁੰਜ ਵੀ ਹੁੰਦਾ ਹੈ ਅਤੇ ਥਾਂ ਵੀ ਘੇਰਦੀ ਹੈ। ਪਾਣੀ ਵੀ ਥਾਂ ਘੇਰਦਾ ਹੈ ਅਤੇ ਇਸ ਦਾ ਪੁੰਜ ਹੁੰਦਾ ਹੈ। ਪਰੰਤੂ ਗਰਮੀ ਮਹਿਸੂਸ ਕਰਨਾ ਕੋਈ ਵਸਤੂ ਨਹੀਂ ਹੈ, ਇਹ ਤਾਂ ਇੱਕ ਸਿਰਫ ਮਹਿਸੂਸ ਕਰਨ ਵਾਲੀ ਚੀਜ਼ ਹੈ। ਇਸ ਲਈ ਇਸ ਦਾ ਉੱਤਰ ਊੜਾ ਭਾਗ ਆਵੇਗਾ। ਸੋ ਗਰਮੀ ਮਹਿਸੂਸ ਕਰਨਾ ਇਸ ਦਾ ਉੱਤਰ ਹੋਵੇਗਾ। ਹੇਠ ਲਿਖਿਆਂ ਵਿੱਚੋਂ ਕਿਸ ਵਿਧੀ ਨਾਲ ਗੈਸਾਂ ਦਾ ਦ੍ਰਵੀਕਰਨ ਕੀਤਾ? ਗੈਸਾਂ, ਹੇਠ ਲਿਖਿਆਂ ਵਿੱਚੋਂ ਕਿਸ ਵਿਧੀ ਨਾਲ ਗੈਸਾਂ ਦਾ ਦ੍ਰਵੀਕਰਨ ਮੀਨਸ ਗੈਸਾਂ ਨੂੰ ਦ੍ਰਵ ਰੂਪ ਵਿੱਚ ਕਿਵੇਂ ਲੈ ਕੇ ਆਵਾਂਗੇ? ਤਾਪਮਾਨ ਵਧਾ ਕੇ ਨਹੀਂ, ਕਿਉਂਕਿ ਤਾਪਮਾਨ ਵਧਾਉਣ ਨਾਲ ਤਾਂ ਉਹਨਾਂ ਦੇ ਵਿਚਲੀ ਜੋ ਗਤੀ ਹੈ ਉਹ ਹੋਰ ਵੱਧ ਜਾਵੇਗੀ। ਦਬਾਓ ਘਟਾ ਕੇ, ਲੇਕਿਨ ਆਪਾਂ ਹੋਰ ਦੂਸਰੇ ਆਪਸ਼ਨਾਂ 'ਤੇ ਵੀ ਵਿਚਾਰ ਕਰਦੇ ਹਾਂ। ਤੋ ਦਬਾਓ ਵਧਾ ਕੇ ਅਤੇ ਤਾਪਮਾਨ ਘਟਾ ਕੇ ਬਿਲਕੁਲ ਸਹੀ ਹੈ। ਇਹ ਵੀ ਬਿਲਕੁਲ ਤਾਪਮਾਨ ਘਟਾ ਕੇ ਆਪਾਂ ਕਿਸੇ ਗੈਸ ਨੂੰ ਦ੍ਰਵ ਅਵਸਥਾ ਵਿੱਚ ਲਿਆ ਸਕਦੇ ਹਾਂ। ਇਸ ਲਈ ਇੱਕ ਚੌਥਾ ਆਪਸ਼ਨ ਹੈ, ਦਬਾਓ ਘਟਾ ਕੇ ਅਤੇ ਤਾਪਮਾਨ ਵਧਾ ਕੇ ਆਪਾਂ ਕਿਸੇ ਗੈਸ ਨੂੰ ਤਰਲ ਅਵਸਥਾ ਵਿੱਚ ਨਹੀਂ ਲਿਆ ਸਕਦੇ, ਉਸ ਦਾ ਦ੍ਰਵੀਕਰਨ ਨਹੀਂ ਕੀਤਾ ਜਾ ਸਕਦਾ। ਇਹਨਾਂ ਸਾਰਿਆਂ ਦੇ ਵਿੱਚੋਂ ਜੋ ਸਭ ਤੋਂ ਉਪਯੁਕਤ ਉੱਤਰ ਹੈ ਉਹ ਹੈ ਈੜੀ। ਤੋ ਇਸ ਲਈ ਈੜੀ ਭਾਗ ਇਸ ਦਾ ਉੱਤਰ ਹੋਵੇਗਾ। ਸੋ ਪਿਆਰੇ ਵਿਦਿਆਰਥੀਓ, ਅਸੀਂ ਇਹ ਦੇਖ ਲਿਆ ਹੈ ਵੀ ਕਿਸ ਪ੍ਰਕਾਰ ਅਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਸੋ ਤੁਸੀਂ ਆਪਣੇ ਸਾਰੇ ਪਾਠ ਨੂੰ ਬਿਲਕੁਲ ਗੌਰ ਨਾਲ ਪੜ੍ਹਨਾ ਹੈ। ਉਸ ਲਈ ਵਿਚਲੀ ਦਿੱਤੀ ਹੋਈ ਹਰ ਇੱਕ ਜਾਣਕਾਰੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਸ ਨੂੰ ਯਾਦ ਰੱਖਣਾ ਹੈ ਅਤੇ ਕਿਸੇ ਪ੍ਰਸ਼ਨ ਨੂੰ ਕਿਸ ਢੰਗ ਦੇ ਨਾਲ ਘੁਮਾ ਕੇ ਜਾਂ ਤੁਹਾਡੇ ਰੋਜ਼ਾਨਾ ਜੀਵਨ ਵਿੱਚ ਕੋਈ ਸਥਿਤੀ ਦਰਸਾ ਕੇ ਅਸੀਂ ਉਸ ਪ੍ਰਸ਼ਨ ਨੂੰ ਪੁੱਛਣਾ ਹੈ। ਸੋ ਉਹ ਆਪਣੀ ਨੌਲੇਜ ਨੂੰ, ਆਪਣੇ ਗਿਆਨ ਨੂੰ ਉਸ ਢੰਗ ਦੇ ਨਾਲ ਵਰਤਣਾ ਹੈ ਤਾਂ ਕਿ ਤੁਸੀਂ ਇਹਨਾਂ ਸਾਰਿਆਂ ਦੇ ਉੱਤਰ ਦੇ ਦਿਓ ਅਤੇ ਤਾਂ ਕਿ ਤੁਸੀਂ ਇਸ ਪੈਸ ਨੂੰ ਚੰਗੀ ਤਰ੍ਹਾਂ ਹੱਲ ਕਰ ਸਕੋ। ਸੋ ਇਸ ਦੇ ਜੋ ਅਗਲੇ ਪ੍ਰਸ਼ਨ ਹੈ ਉਹਨਾਂ ਦਾ ਤੁਸੀਂ ਉੱਤਰ ਆਪ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਜੇਕਰ ਤੁਹਾਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਹ ਜੋ ਪ੍ਰਸ਼ਨ ਉੱਤਰ ਹੈ ਇਹ ਤੁਸੀਂ ਆਪਣੇ ਪੰਜਾਬ ਐਜੂਕੇਅਰ ਐਪ ਤੋਂ 9ਵੀਂ ਕਲਾਸ ਦੇ ਜੋ ਕੁਐਸਚਨਾਂ ਹੈ ਉਹਨਾਂ ਵਿੱਚੋਂ ਡਾਊਨਲੋਡ ਕਰ ਸਕਦੇ ਹੋ। ਧੰਨਵਾਦ।